ਪੁਰਾਣੀਆਂ ਚੀਜ਼ਾਂ ਦੇ ਵਿੱਚ ਇੰਨੀ ਜਾਣਕਾਰੀ, ਇੰਨਾ ਜ਼ਿਆਦਾ ਉਹ ਜ਼ਖੀਰਾ ਹੈ ਸਾਡੇ ਇਤਿਹਾਸ ਦਾ, ਕਿ ਕਈ ਵਾਰ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਕੋਲ ਆਪਣੇ ਘਰ ਦੇ ਵਿੱਚ ਜਾਂ ਸਾਡੇ ਜੱਦੀ ਘਰ ਦੇ ਵਿੱਚ, ਪਿੰਡ ਦੇ ਵਿੱਚ ਜਿਹੜਾ ਘਰ ਹੈ, ਜਿੱਥੇ ਹੋ ਸਕਦਾ ਕਈ ਸਾਲਾਂ ਤੋਂ ਹੁਣ ਕੋਈ ਫੁੱਲ ਟਾਈਮ ਰਹਿੰਦਾ ਨਾ ਹੋਵੇ, ਉੱਥੇ ਕਈ ਵਾਰ ਸੰਦੂਕਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਬੰਦ ਪਈਆਂ ਨੇ, ਜਿਨ੍ਹਾਂ ਨੂੰ ਜਦੋਂ ਤੁਸੀਂ ਫਿਰ ਵੇਖਦੇ ਹੋ, ਫਿਰ ਤੁਹਾਨੂੰ ਉਹਨਾਂ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ, ਪਰ ਉਹਦੇ ਲਈ ਟਾਈਮ ਕੱਢਣਾ ਅਤੇ ਉਸ ਚੀਜ਼ ਵੱਲ ਫੋਕਸ ਕਰਨਾ ਜ਼ਰੂਰੀ ਹੁੰਦਾ। ਪ੍ਰੋਗਰਾਮ ਦੇ ਵਿੱਚ ਹੁਣ ਸਾਡੇ ਨਾਲ ਜੱਸੀ ਧੰਜੂ ਜੀ ਸ਼ਾਮਲ ਹੋ ਰਹੇ ਨੇ, ਜਿਹੜੇ ਕਿ ਹਿਊਮਨ ਰਾਈਟਸ ਲਾਇਰ ਨੇ। ਸਨੀ ਖਰੋੜ ਜੀ ਸ਼ਾਮਲ ਹੋ ਰਹੇ ਨੇ, ਵਰਲਡ ਵਾਰ ਹਿਸਟੋਰੀਅਨ ਨੇ, ਅਤੇ ਰਾਜ ਸਿੰਘ ਭੰਡਾਲ ਜੀ ਸ਼ਾਮਲ ਹੋ ਰਹੇ ਨੇ, ਜਿਹੜਾ ਇਹ ਸਾਰਾ ਦਾ ਸਾਰਾ ਇਨੀਸ਼ੀਏਟਿਵ ਆ ਇਹਦੀਆਂ ਤੰਦਾਂ ਨੂੰ ਜੋੜਨ ਵਾਲੇ ਅਤੇ ਇਹਦੀ ਫਰਦਰ ਇਹਨਾਂ ਸਾਰੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਵਾਲੇ, ਇਹ ਜਿਹੜੇ ਤਿੰਨੋਂ ਸ਼ਖਸ ਨੇ ਇਸ ਵੇਲੇ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ। wanjaranomad.com, ਸੋ WANJARANOMAD.com ਇਸ ਨਾਮ ਦਾ ਇੱਕ ਪੋਰਟਲ ਹੈ, ਅਤੇ ਇਸ ਪੋਰਟਲ ਦੇ ਉੱਪਰ ਇਤਿਹਾਸ ਦੇ ਝਰੋਖੇ 'ਚੋਂ ਪਿਛੋਕੜ ਸੰਬੰਧੀ ਅਜਿਹਾ ਖਜ਼ਾਨਾ ਤੁਹਾਨੂੰ ਮਿਲੇਗਾ ਕਿ ਜਿਹਦੇ ਬਾਰੇ ਹੁਣ ਇਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਗੁੱਡ ਮਾਰਨਿੰਗ ਜੈਂਟਲਮੈਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਵਨ ਬਾਏ ਵਨ ਗੱਲ ਸ਼ੁਰੂ ਕਰੀਏ ਜੀ। ਰਾਜ ਭੰਡਾਲ ਜੀ, ਤੁਹਾਡੇ ਤੋਂ ਮੈਂ ਗੱਲ ਸ਼ੁਰੂ ਕਰਨੀ ਚਾਹੁੰਦਾ। wanjaranomad.com ਜੀ, ਜੇ ਤੁਸੀਂ ਇਹਦਾ ਇੱਕ ਸੰਖੇਪ ਦੇ ਵਿੱਚ ਲੋਕਾਂ ਨੂੰ ਦੱਸਣਾ ਹੋਵੇ ਕਿ ਮਕਸਦ ਕੀ ਹੈ ਇਸ ਪੋਰਟਲ ਦਾ, ਅਤੇ ਕਿਹੋ ਜਿਹੀ ਜਾਣਕਾਰੀ ਹੈ ਜਿਹੜੀ ਲੋਕਾਂ ਨੂੰ ਮਿਲੇਗੀ? ਕਿ ਜੋ ਆਪਣੇ ਕੋਲ ਪੁਰਾਣਾ ਜੋ ਕੁਝ ਵੀ ਪਿਆ ਹੋਇਆ ਆਪਣੇ ਬਜ਼ੁਰਗਾਂ ਦਾ, ਉਹ ਆਪਾਂ ਸਾਂਭਣ ਦੀ ਕੋਸ਼ਿਸ਼ ਕਰੀਏ ਜੀ। ਉਹ ਕਿਤਾਬਾਂ ਹੋ ਸਕਦੀਆਂ ਨੇ, ਕੋਈ ਉਹਨਾਂ ਦੇ ਪੁਰਾਣੀਆਂ ਵਸਤਾਂ ਹੋ ਸਕਦੀਆਂ ਨੇ, ਕੋਈ ਪਾਠ ਕਰਨ ਦੀਆਂ ਉਹਦੀ ਸਮੱਗਰੀ ਹੋ ਸਕਦੀ ਹੈ ਜੀ। ਗੁਟਕਾ ਸਾਹਿਬ ਹੋ ਸਕਦੇ ਨੇ, ਕੋਈ ਪੁਰਾਣੇ ਚਰਖੇ ਹੋ ਸਕਦੇ ਨੇ, ਪੱਖੀਆਂ ਹੋ ਸਕਦੀਆਂ ਨੇ। ਜੋ ਵੀ ਤੁਹਾਨੂੰ ਜ਼ਰੂਰੀ ਲੱਗਦਾ ਉਹਨੂੰ ਸਾਂਭੋ, ਕਿਉਂਕਿ ਜਿਹੜੀਆਂ ਅਗਲੀਆਂ ਜਨਰੇਸ਼ਨ ਹੋ ਸਕਦਾ ਆਪਣੇ ਲਈ ਉਹ ਹਾਲੇ ਆਪਾਂ ਨੂੰ ਮਹਿਸੂਸ ਨਾ ਹੁੰਦਾ ਹੋਵੇ ਕਿ ਉਹਦੀ ਅਹਿਮੀਅਤ ਕੀ ਆ, ਪਰ ਜਦੋਂ ਦੂਸਰੀ ਜਾਂ ਤੀਸਰੀ ਪੀੜ੍ਹੀ ਨੇ ਆਉਣਾ ਔਰ ਪਿੱਛੇ ਨੂੰ ਦੇਖਣਾ ਆ ਕੇ, ਫਿਰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਬੜੀ ਅਹਿਮੀਅਤ ਮਹਿਸੂਸ ਹੋਣੀ ਆ, ਔਰ ਉਹ ਰੀਅਲਾਈਜੇਸ਼ਨ ਹੋਏਗੀ ਉਹਨਾਂ ਨੂੰ। ਜਿਹੜੀ ਉਹ ਗੱਲ ਹੁੰਦੀ ਨਾ, ਕਹਿੰਦੇ ਕਈ ਵਾਰੀ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਹਰ ਕੋਈ ਕਹਿੰਦਾ ਨਾ ਐਵਰੀਬਡੀ ਵਾਂਟਸ ਅ ਵਿੰਡੋ ਇਨਟੂ ਦ ਫਿਊਚਰ, ਵੀ ਭਵਿੱਖ ਵੱਲ ਦੇਖੀਏ, ਪਰ ਤੁਸੀਂ ਕਿੱਥੇ ਜਾਣਾ ਉਹਦੇ ਲਈ ਇਹ ਵੀ ਸਮਝਣਾ ਬੜਾ ਜ਼ਰੂਰੀ ਹੈ ਵੀ ਤੁਸੀਂ ਆਏ ਕਿੱਥੋਂ। ਬਿਲਕੁਲ ਹੈ ਨਾ, ਆਪਣੀਆਂ ਜੜ੍ਹਾਂ ਬਾਰੇ ਪਤਾ ਹੋਣਾ ਜ਼ਰੂਰੀ ਆ। ਬਿਲਕੁਲ। ਅੱਛਾ, ਜਿਹੜਾ ਇਹ ਪੋਰਟਲ ਹੈ, ਇਹ ਦੱਸਿਓ ਜੱਸੀ ਧੰਜੂ ਜੀ, ਤੁਹਾਨੂੰ ਪੁੱਛਣਾ ਚਾਹਾਂਗਾ। ਦੇਰ ਇਜ਼ ਅ ਬੁੱਕ ਔਨ ਦਿਸ ਪੋਰਟਲ ਜਿਹੜੀ ਤੁਹਾਡੇ ਕੋਲ ਅਵੇਲੇਬਲ ਹੈ, ਜਿਹੜੀ 1700 ਕਿਹੜੇ ਸਾਲ ਦੀ, 250 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਕਿਤਾਬ ਹੈ ਉਹ। ਇੱਕ ਬੁੱਕ ਨਹੀਂ ਭਾਈ, ਬੁੱਕਾਂ ਤਾਂ ਸਾਡੇ ਕੋਲ ਬਥੇਰੀਆਂ ਆ, ਜਿੱਦਾਂ 1800 1700, ਜਿਹੜਾ ਤੁਸੀਂ ਹੁਣੇ ਕਿਹਾ ਸੀ ਹਿਸਟਰੀ ਦੇ ਵਿੱਚ, ਜੇ ਸਾਨੂੰ ਅੱਜ ਕੱਲ੍ਹ ਦਾ ਕੁਛ ਪਤਾ ਨਹੀਂ, ਪਿਛਲਾ ਦੇਖਣਾ ਪੈਣਾ। ਇਹ ਪਿਛਲਾ ਪੋਰਟਲ ਮਤਲਬ ਸਾਰੀਆਂ ਜਿਹੜੀ ਚੀਜ਼ਾਂ ਕਹਿ ਦੋ, ਮੈਡਲਸ ਹੋਵੇ, ਕਿਤਾਬਾਂ ਹੋਵੇ, ਇਸ ਚੀਜ਼ਾਂ, ਮੈਂ ਇੱਥੇ ਜੰਮਿਆ ਕੈਨੇਡਾ ਦਾ, ਇਹ ਚੀਜ਼ਾਂ, ਇਸ ਟ੍ਰੈਜਰਸ ਤੋਂ ਬਿਨਾਂ ਮੈਨੂੰ ਪਿਛਲਾ ਕੁਛ ਨਹੀਂ ਪਤਾ। ਮੇਰਾ ਕੰਮ ਹੈਗਾ ਹਿਊਮਨ ਰਾਈਟਸ ਲਾਅ ਦੇ ਵਿੱਚ, ਪਰ ਜੇ ਮੈਨੂੰ ਆਪ ਨੂੰ ਪਤਾ ਨਹੀਂ ਲੱਗਦਾ ਜਾਂ ਸਮਝ ਨਹੀਂ ਆਉਂਦੀ ਕਿ ਮੈਂ ਇੱਥੇ ਕਿੱਦਾਂ ਪਹੁੰਚਿਆ, ਇਹ ਚੀਜ਼ਾਂ ਪੜ੍ਹਨ ਦੇ ਨਾਲ ਮੈਨੂੰ ਇੰਨੀ ਸਮਝ ਆ ਗਈ, ਇੰਨੀ ਪੈਸ਼ਨ ਦੇ ਵਿੱਚ ਆਪਾਂ ਇਕੱਠੇ ਜਰਨੀ ਲੈਂਦੇ ਪਏ। ਇੱਕ ਨਾ ਕਿਤਾਬ ਮੈਨੂੰ ਆ ਕੇ ਰਾਜ ਭਾਜੀ ਨੇ ਜਦੋਂ ਦਿਖਾਈ, ਇਹ ਆਈ ਥਿੰਕ ਬੁੱਕ ਹੈਗੀ ਆ 1834 ਦੀ, ਸਿੱਖ ਪਾਵਰ ਇਨ ਦ ਓਰੀਜਨ ਆਫ ਦ ਸਿੱਖ ਪਾਵਰ ਇਨ ਦ ਪੰਜਾਬ ਐਂਡ ਪੋਲੀਟੀਕਲ ਲਾਈਫ ਆਫ ਮਹਾਰਾਜਾ ਰਣਜੀਤ ਸਿੰਘ। ਉਹਦੇ 'ਚ ਮਹਾਰਾਜਾ MUHA ਮਹਾਰਾਜਾ, ਅਤੇ ਰਣਜੀਤ ਸਿੰਘ ਜੀ ਦੇ ਸਪੈਲਿੰਗ RUNJEET ਇੱਦਾਂ ਲਿਖੇ ਹੋਏ ਨੇ। 1834 ਦੀ ਬੁੱਕ ਹੈ ਜੀ ਇਹ। ਸੋ ਇਹ ਦੱਸਿਓ ਜੀ ਸਨੀ ਜੀ, ਜਿਹੜੀਆਂ ਇਹ ਕਿਤਾਬਾਂ ਨੇ, ਇਹਨਾਂ ਨੂੰ ਸੋਰਸ ਕਰਨ ਦਾ ਸਿਲਸਿਲਾ ਸ਼ੁਰੂ ਕਿਵੇਂ ਹੋਇਆ, ਆਈਡੀਆ ਜਨਰੇਟ ਕਿੱਦਾਂ ਹੋਇਆ? ਇਹ ਐਕਚੁਅਲੀ ਮੁਹਿੰਮ ਜਿਹੜੀ ਇਹ ਸ਼ੁਰੂ ਕੀਤੀ ਆ, ਉਹਦਾ ਤਾਂ ਰਾਜ ਭਾਈ ਨੂੰ ਇਹਦਾ ਕਾਫੀ ਸ਼੍ਰੇਅ ਜਾਂਦਾ ਜੀ, ਪਰ ਅਸੀਂ ਹਿਸਟਰੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਬਫਸ ਨੇ, ਹਿਸਟਰੀ ਦੇ ਬਾਰੇ ਆਪਣੀ ਹਿਸਟਰੀ ਨੂੰ ਕਲੈਕਟ ਕਰਕੇ ਰੱਖਣਾ ਜੀ, ਅਤੇ ਇਹ ਇੱਕ ਬਹੁਤ ਇੰਪੋਰਟੈਂਟ ਗੱਲ ਸੀਗੀ। ਸ਼ੁਰੂ ਤੋਂ ਹੀ ਹਿਸਟਰੀ ਦੀ ਬਹੁਤ ਜ਼ਿਆਦਾ ਅਹਿਮੀਅਤ ਸਾਡੇ ਸਾਰਿਆਂ ਦੀ ਇੱਕ ਚੀਜ਼ ਸਾਨੂੰ ਇਹ ਕਨੈਕਟ ਕਰਦੀ ਆ, ਸਿੱਖ ਹਿਸਟਰੀ ਜਿਹੜੀ ਆ। ਅਤੇ ਸਲੋਲੀ ਕਿੱਥੋਂ ਕਲੈਕਟ ਹੋਈਆਂ ਇਹ ਡਿਫਰੈਂਟ ਪਲੇਸਿਸ ਤੋਂ, ਜਿੱਦਾਂ ਕਿ ਜਿਹੜੇ ਹੈਗੇ ਆ ਆਪਣੇ ਸੋਰਸਿਸ ਆ, ਜਿੱਦਾਂ ਸੌਦਬੀਜ਼ ਹੋ ਗਈ, ਉੱਥੋਂ ਲਈਆਂ। ਅੱਛਾ ਜੀ। ਅਤੇ ਕੁਛ ਆਕਸ਼ਨ ਹਾਊਸਿਸ ਤੋਂ, ਅਤੇ ਕੁਛ ਇਹੋ ਜਿਹੀਆਂ ਜਗ੍ਹਾ ਤੋਂ ਲਈਆਂ ਜਿਹੜੀਆਂ ਕਿ ਪ੍ਰਾਈਵੇਟਲੀ ਵੀ ਐਕਵਾਇਰ ਕੀਤੀਆਂ ਜੀ। ਅਤੇ ਪਰ ਇਹਨਾਂ ਦਾ ਜਿਹੜਾ ਮੇਨ ਮਕਸਦ ਸੀਗਾ ਸਾਡਾ, ਵੀ ਜਿਹੜੀ ਪੰਜਾਬ ਦੀ ਜਿਹੜੀ ਹਿਸਟਰੀ ਆ, ਜਿਹੜੀ ਸਾਡੀ ਆਪਣੀ ਜਿਹੜੀ ਹਿਸਟਰੀ ਆ, ਉਹਨੂੰ ਕਿਸੇ ਤਰ੍ਹਾਂ ਨਾਲ ਪ੍ਰੀਜ਼ਰਵ ਕਰੀਏ, ਉਹਨੂੰ ਲਰਨ ਕਰੀਏ ਅਤੇ ਉਹਨੂੰ ਸ਼ੇਅਰ ਕਰੀਏ ਜੀ। ਕਿਉਂਕਿ ਜਿਹੜਾ ਵਣਜਾਰਾ ਨੋਮੈਡ ਦਾ ਜਿਹੜਾ ਮੇਨ ਮਕਸਦ ਆ, ਜਿਹੜਾ ਸਾਡੀ ਜਿਹੜੀ ਉਹਦੀ
ਵਿਜ਼ਨ ਆ ਉਹ ਹੈ ਪ੍ਰੀਜ਼ਰਵ, ਲਰਨ, ਸ਼ੇਅਰ ਹੂੰ ਸਿੱਖ ਹਿਸਟਰੀ। ਜੀ। ਦੈਟਸ ਵਾਟ ਵੀ ਆਰ ਆਫਟਰ। ਸੋ ਬੁੱਕਸ ਦੀ ਗੱਲ ਜਿਵੇਂ ਸਨੀ ਜੀ ਦੱਸ ਰਹੇ ਸੀ ਕਿ ਬੁੱਕਸ ਇਹਦੇ ਵਿੱਚ ਹੈਗੀਆਂ ਨੇ, ਇਹਦੇ ਵਿੱਚ ਹੋਰ ਮੈਮੋਰੇਬਿਲੀਆ, ਹੋਰ ਕਿਹੜੀਆਂ ਚੀਜ਼ਾਂ ਤੁਸੀਂ ਕਿੱਥੋਂ ਕਲੈਕਟ ਕੀਤੀਆਂ? ਕੈਨ ਯੂ ਗਿਵ ਅਸ ਸਮ ਐਗਜ਼ਾਮਪਲਸ ਵੀ ਕਿੱਥੇ ਗਏ, ਕਿਹੜੇ ਮੁਲਕਾਂ ਦੇ ਵਿੱਚੋਂ, ਜਾਂ ਉਹ ਇੱਕ ਵਾਟ ਵਾਸ ਦ ਮੋਸਟ ਅਨਐਕਸਪੈਕਟਡ ਪਲੇਸ ਜਿੱਥੋਂ ਤੁਹਾਨੂੰ ਕੋਈ ਅਜਿਹੀ ਚੀਜ਼ ਮਿਲ ਗਈ, ਤੁਹਾਨੂੰ ਲੱਗਿਆ ਵੀ ਇੱਥੋਂ ਮੈਨੂੰ ਉਮੀਦ ਨਹੀਂ ਸੀ ਕਿ ਆਈ ਕੁਡ ਫਾਈਂਡ ਦਿਸ ਮਟੀਰੀਅਲ ਫਰੋਮ ਦਿਸ ਪਲੇਸ? ਹਾਂਜੀ, ਇੱਕ ਆਪਣੇ ਡਾਊਨਟਾਊਨ ਵੈਨਕੂਵਰ 'ਚ ਸਟੋਰ ਹੈ ਜੀ। ਉਹ ਮੈਕਲੋਇਡਸ ਹੈ ਉਹਦਾ ਨਾਮ ਨਾ। ਅੱਛਾ ਜੀ। ਸੋ ਜਦੋਂ ਮੈਂ ਉਹਨਾਂ ਦੇ ਓਨਰ ਡੌਨ ਨੇ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਤੁਹਾਡੇ ਕੋਲ ਕੁਛ ਪੰਜਾਬੀ ਜਾਂ ਸਿੱਖ ਇਤਿਹਾਸ ਦੇ ਰਿਲੇਟਡ ਕੁਛ ਹੈਗਾ? ਉਹ ਕਹਿੰਦੇ ਵੀ ਸੜਕ ਦੇ ਦੂਜੇ ਪਾਸੇ ਸਾਡੇ ਕੋਲ ਇੱਕ ਸਟੋਰੇਜ ਹੈ ਔਰ ਉੱਥੇ ਪਿਆ, ਪਰ ਇਟਸ ਨਾਟ ਓਪਨ ਫॉर ਪਬਲਿਕ। ਅੱਛਾ ਜੀ। ਤੇ ਪਰ ਪਤਾ ਨਹੀਂ ਕਿਉਂ, ਉਹ ਕਹਿੰਦੇ ਚਲੋ ਮੈਂ ਤੈਨੂੰ ਲੈ ਕੇ ਚੱਲਦਾ ਉੱਥੇ। ਸੋ ਜਦੋਂ ਮੈਨੂੰ ਉੱਥੇ ਲੈ ਕੇ ਗਏ, ਮੈਂ ਦੇਖਣ ਲੱਗ ਪਿਆ ਤੇ ਇੱਕ ਨੀਲੀ ਜਿਲਦ ਦੇ ਵਿੱਚ ਇੱਕ ਕਿਤਾਬ ਪਈ ਹੋਈ। ਤੇ ਜਦੋਂ ਉਹਨੂੰ ਮੈਂ ਦੇਖਿਆ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਵੋਲੀਅਮ ਜਿਹੜੇ ਡਾਕਟਰ ਗੋਪਾਲ ਸਿੰਘ ਉਹਨਾਂ ਨੇ ਲਿਖੇ। ਵੈਨਕੂਵਰ 'ਚ ਪਈ ਸੀ? ਹਾਂਜੀ, ਉਹ ਵੈਨਕੂਵਰ 'ਚ। ਤੇ ਉਹ ਬੜੀ ਹੈਰਾਨੀ ਹੋਈ ਮੈਨੂੰ। ਜੀ ਜੀ। ਸੋ ਉਹਨਾਂ ਨੂੰ ਮੈਂ ਪੁੱਛਿਆ ਵੀ ਇਹਦੀ ਸੇਵਾ ਕੀ ਹੈ ਜਾਂ ਪ੍ਰਾਈਸ ਕੀ ਹੈ? ਉਹ ਕਹਿੰਦੇ ਮੈਨੂੰ ਪਤਾ ਨਹੀਂ, ਹਾਊ ਡਿਡ ਇਟ ਗੈਟ ਹੇਅਰ। ਹਾਂਜੀ। ਸੋ ਮੈਨੂੰ ਇਹ ਵੀ ਨਹੀਂ ਪਤਾ ਵੀ ਇਹਦਾ ਮੈਂ ਤੇਰੇ ਤੋਂ ਕੀ ਲਵਾਂ। ਸੋ ਜਿੰਨਾ ਮੈਂ ਕਿਹਾ ਦੱਸ ਦਿਓ ਜੋ ਵੀ ਹੈਗਾ। ਸੋ ਉਹਨਾਂ ਨੇ ਆਪਣੇ ਸਮਝ ਮੁਤਾਬਕ ਮੈਨੂੰ ਦੱਸ ਦਿੱਤਾ। ਤੇ ਜਦੋਂ ਮੈਂ ਘਰ ਆ ਗਿਆ ਤੇ ਮੈਂ ਦੇਖਿਆ ਤੇ ਉਹਦੇ ਉੱਪਰ ਛੋਟਾ ਜਿਹਾ ਸਟਿੱਕਰ ਲੱਗਾ ਹੋਇਆ, ਡਾਕਟਰ ਕੁਲਦੀਪ ਗਿੱਲ ਮਿਸ਼ਨ ਤੋਂ। ਸੋ ਮੈਂ ਸੋਚਿਆ ਸ਼ਾਇਦ ਫੈਮਿਲੀ ਡਾਕਟਰ ਨੇ ਜਾਂ ਕਿੱਦਾਂ। ਪਰ ਜਦੋਂ ਉਹਨਾਂ ਨੂੰ ਮੈਂ ਸਰਚ ਕੀਤਾ ਗੂਗਲ ਤੇ ਉਹ ਸੋਸ਼ਲ ਐਂਥਰੋਪੋਲੋਜੀ ਕੀਤੀ ਹੋਈ ਉਹਨਾਂ ਨੇ UBC ਤੋਂ। ਜੀ। ਐਂਡ ਸ਼ੀ ਇਜ਼ ਆਲਸੋ ਅ ਪੋਇਟ। ਜੀ। ਤੇ ਉਹਨਾਂ ਦੀ ਡੈਥ ਹੋ ਚੁੱਕੀ ਇਨ 2009। ਅੱਛਾ ਜੀ। ਸੋ ਉਹ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀਗੀ ਵੀ ਇਹ ਉੱਥੇ ਕਿੱਦਾਂ ਪਹੁੰਚ ਗਏ। ਫਿਰ ਮੈਂ ਦੁਬਾਰਾ ਉਹਨਾਂ ਕੋਲ ਗਿਆ। ਜੀ। ਫਿਰ ਉਹ 2 ਪੋਇਟਰੀ ਦੀਆਂ, ਧਰਮ ਰਸਾ ਤੇ ਇੱਕ ਉਹਨਾਂ ਦੀ ਹੋਰ ਹੈ ਪੋਇਟਰੀ ਦੀ, ਉਹ ਮੈਂ ਲੈ ਕੇ ਆਇਆ ਉਹਨਾਂ ਕੋਲੋਂ। ਫਿਰ ਥੋੜ੍ਹਾ ਮੈਂ ਉਹਨਾਂ ਬਾਰੇ ਪੜ੍ਹਿਆ। ਪਰ ਇੱਕ ਜਿਹੜਾ ਅਫਸੋਸ ਇਹ ਹੋਇਆ ਵੀ 2009 'ਚ ਡੈਥ ਹੋਈ ਤੇ ਮੈਂ ਮਿਲ ਨਹੀਂ ਸਕਿਆ ਉਹਨਾਂ ਨੂੰ। ਸੋ ਉਹ ਜੀ ਬੜੀ ਹੈਰਾਨੀ। ਦੂਸਰੀ ਜਸਟ ਮੇਕ ਇਟ ਸ਼ੋਰਟ ਵੀ ਸਾਡੇ ਦਾਦੀ ਜੀ ਜਦੋਂ ਪੰਜਾਬ ਤੋਂ ਆਏ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਮੈਂ ਪੁੱਤੇ ਲਈ ਕੀ ਲੈ ਕੇ ਆਵਾਂ। ਹਾਂਜੀ। ਤੇ ਸਾਡੇ ਪੜਦਾਦਾ ਜੀ ਸਰਦਾਰ ਰਤਨ ਸਿੰਘ, ਉਹ ਕਨੇਸ਼ ਤੋਂ, ਲੁਧਿਆਣੇ ਤੋਂ, ਉਹਨਾਂ ਦੀ ਇੱਕ ਸਿਮਰਨੀ ਸੀਗੀ ਸਰਵਲੋ ਦੀ। ਮੈਂ ਕਿਹਾ ਜੀ ਮੈਨੂੰ ਉਹ ਚਾਹੀਦੀ ਹੈ। ਉਹ ਕਹਿੰਦੇ ਵੀ ਬਾਕੀ ਸਾਰੇ ਕੁਛ ਨਾ ਕੁਛ ਮੰਗ ਰਹੇ ਨੇ, ਕੋਈ ਕੱਪੜੇ ਮੰਗ ਰਹੇ ਨੇ। ਮੈਂ ਕਿਹਾ ਜੀ ਮੇਰੇ ਲਈ ਤਾਂ ਉਹੀ ਬਹੁਤ ਹੈ। ਸੋ ਜਿਹੜੀ ਸਾਰਿਆਂ ਤੋਂ ਮੇਰੇ ਕੋਲ ਕੀਮਤੀ ਚੀਜ਼ ਹੈ ਉਹ ਸਾਡੇ ਪੜਦਾਦਾ ਜੀ ਸਰਦਾਰ ਰਤਨ ਸਿੰਘ ਦੀ ਸਿਮਰਨੀ ਹੈ। ਉਹ 108 ਮਣਕੇ ਨੇ ਉਹਦੇ ਵਿੱਚ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਹੈਗੀਆਂ ਜਿਹੜੀਆਂ ਮੈਨੂੰ ਕਹਾਣੀਆਂ ਬਣ ਗਈਆਂ ਨੇ ਹੁਣ ਨਾ। ਜੀ। ਸੋ ਉਹ ਜਿਹੜੀਆਂ ਸ਼ੇਅਰ। ਦੇਖੋ ਇਹ ਤਾਂ ਦੇਖੋ ਵੀ ਇਤਫਾਕਨ ਤੁਸੀਂ ਜਾ ਕੇ ਪੁੱਛਿਆ ਤੇ ਫਿਰ ਪਤਾ ਲੱਗਾ। ਪਰ ਕੋਈ ਅਜਿਹਾ ਸੋਰਸ ਵੀ ਹੈਗਾ ਜਿੱਥੇ ਤੁਸੀਂ ਜਿਵੇਂ ਰੈਗੂਲਰਲੀ ਜੇ ਚੈੱਕ ਕਰਦੇ ਰਹੋ, ਜਿਵੇਂ ਤੁਸੀਂ ਦੱਸਿਆ ਵੀ ਸਾਊਥਬੀਜ਼ ਆਕਸ਼ਨ ਹਾਊਸਿਸ ਹੈਗੇ ਨੇ। ਯੂ ਮਸਟ ਹੈਵ ਟਰੈਵਲ ਫਾਰ ਐਂਡ ਵਾਈਡ। ਦੁਨੀਆ ਦੇ ਹੋਰ ਕਿਹੜੇ ਹਿੱਸਿਆਂ ਤੋਂ ਆਕਸ਼ਨ ਹਾਊਸਿਸ ਦੇ ਵਿੱਚੋਂ ਜਾ ਕੇ ਇਹ ਮਟੀਰੀਅਲ ਤੁਸੀਂ ਇਕੱਠਾ ਕੀਤਾ ਜੀ? ਜਸਟ ਵਾਂਟ ਟੂ ਸ਼ੇਅਰ ਅ ਸਟੋਰੀ, ਐਕਚੁਅਲੀ ਇੱਕ ਛੋਟੀ ਜਿਹੀ ਸ਼ੇਅਰ ਕਰਨਾ ਚਾਹੂੰਗਾ। ਹਾਂਜੀ। ਵੀ ਇਹਨਾਂ 'ਚੋਂ ਜਿਹੜੀਆਂ ਕਿਤਾਬਾਂ ਨੇ ਨਾ, ਉਹਨਾਂ 'ਚੋਂ ਇੱਕ ਕਿਤਾਬ ਹੈਗੀ ਹੈ 47 ਸਿੱਖਸ ਦੇ ਉੱਤੇ। ਅੱਛਾ ਜੀ। ਉਹ ਨਾ ਕਦੇ ਪਬਲਿਸ਼ ਨਹੀਂ ਹੋਈ ਉਹ ਬੁੱਕ, ਜਿਹੜੀ ਪਬਲਿਸ਼ਡ ਬੁੱਕ ਨਹੀਂ ਹੈ। ਅੱਛਾ। ਪਰ ਉਹ ਵਾਰ ਰੈਕਰਡਸ ਨੇ ਉਹ 47 ਸਿੱਖਸ ਦੇ ਨਾ। ਅੱਛਾ ਜੀ। ਤੇ ਉਹ ਅਕਵਾਇਰ ਪ੍ਰਾਈਵੇਟਲੀ ਕੀਤੇ, ਉਹ ਵੀ ਕਿਸੇ ਆਕਸ਼ਨ ਹਾਊਸ ਦੇ ਥਰੂ ਹੀ ਆਏ ਹੈਗੇ ਆ। ਤੇ ਉਹ ਇੰਪੋਰਟੈਂਟ ਇਸ ਲਈ ਹੈਗੀ ਆ, ਵਾਰ ਹਿਸਟਰੀ ਹੈ ਉਹ ਇਸ ਲਈ ਇੰਪੋਰਟੈਂਟ ਹੈਗੀ ਕਿ 47 ਸਿੱਖਸ ਵਰ ਦ ਪਾਇਨੀਅਰਸ ਹੂ ਲੈਂਡਡ ਇਨ ਫਲੈਂਡਰਸ ਐਂਡ ਦੇ ਵਰ ਦ ਫਸਟ ਸਿੱਖਸ ਟੂ ਲੈਂਡ ਦੇਅਰ ਇਨ ਵਰਲਡ ਵਾਰ 1 ਜੀ 1914 ਦੇ ਵਿੱਚ ਨਾ। ਤੇ ਉੱਥੇ ਗਏ ਤੇ ਇਹਨਾਂ ਨੇ ਫਿਰ ਇਹ ਲੜੇ। ਸੋ ਇਹਨਾਂ ਨੇ ਫਸਟ ਟਾਈਮ ਉਹ ਦੇਖਿਆ ਜੋ ਹੋ ਰਿਹਾ ਸੀਗਾ। ਪਰ ਇਹਦੇ ਕਨੈਕਸ਼ਨ ਇਹ ਵੀ ਆ ਵੀ ਜਦੋਂ ਇਹ ਉੱਥੇ ਫਲੈਂਡਰਸ ਲੈਂਡ ਹੋ ਰਹੇ ਸੀਗੇ ਤੇ ਉਸ ਵੇਲੇ ਕਾਮਾਘਾਟਾ ਮਾਰੂ ਜਿਹੜੀ ਹੈ ਇੱਥੋਂ ਵਾਪਸ ਭੇਜੀ ਜਾ ਰਹੀ ਸੀ। ਉਹ ਇੱਥੋਂ ਵਾਪਸ ਭੇਜੀ ਜਾ ਰਹੀ ਸੀ। ਇੱਕ ਪਾਸੇ ਆਪਾਂ ਲੜ ਰਹੇ ਸੀ ਉਹਨਾਂ ਦੇ ਵਾਸਤੇ, ਉੱਧਰ ਆਪਣੀ ਜਾਨਾਂ ਦੇ ਰਹੇ ਸੀਗੇ। ਵਰਲਡ ਵਾਰ 1 ਵਿੱਚ 130,000 ਸਿੱਖਸ ਜੀ ਜਿਹੜੇ ਉਹ ਲੜੇ ਜੀ। ਉਹਨਾਂ 'ਚੋਂ 1 in 4 ਵਾਪਸ ਨਹੀਂ ਆਏ। 34,000 ਕੈਜੂਅਲਟੀ ਸੀ ਆਪਣੀਆਂ। ਸੋ ਇਹ ਜਿਹੜਾ ਕੰਟਰਾਸਟ ਆ ਉਹ ਸੀ ਅੰਪਾਇਰ ਦਾ। ਉਹ ਚੀਜ਼ਾਂ ਜਿਹੜੀਆਂ ਦੇ ਕਾਈਂਡ ਕੁਆਰਕੀ ਬਟ ਦੇ ਹੈਵ ਟੂ ਬੀ ਬ੍ਰੌਟ ਫੋਰਵਰਡ। ਜੀ ਬਿਲਕੁਲ ਬਿਲਕੁਲ। ਅੱਛਾ ਇੱਕ ਇਹ ਦੱਸਿਓ ਜੱਸੀ ਜੀ ਕਿ ਜਿਹੜੀ ਹੁਣ ਤੁਸੀਂ ਵੀ ਬਾਕੀ ਦੇ ਮੈਮੋਰੇਬਿਲੀਆ ਦਾ ਜ਼ਿਕਰ ਵੀ ਕੀਤਾ। ਹਾਂਜੀ। ਕੁਝ ਜਿਹੜੇ ਸੋਲਜਰਸ ਨੂੰ ਉਹਨਾਂ ਦੀ ਬਰੇਵਰੀ ਵਾਸਤੇ ਵਿਕਟਰੀ ਕ੍ਰਾਸ ਮਿਲੇ ਤੇ ਉਹ ਵੀ ਤੁਹਾਡੇ ਕੋਲ ਇਸ ਵੇਲੇ ਹੈਗੇ ਨੇ ਜੀ?
ਉਹ ਹੈਗੇ ਜੀ, ਹਾਂਜੀ। ਇਨ ਦ ਕਲੈਕਸ਼ਨ? ਯੈਸ, ਉਹ ਵੀ ਚੀਜ਼ਾਂ ਹੈਗੀਆਂ ਭਾਈ। ਜਿਹੜਾ ਤੁਸੀਂ ਪਹਿਲਾਂ ਸਵਾਲ ਪੁੱਛਿਆ ਸੀ ਕਿਹੜੀ ਜਗ੍ਹਾ ਦੁਨੀਆ 'ਚ ਕਿੱਥੇ ਹਾਂ, ਆਪਾਂ, ਯੈਸ ਮੈਂ ਉਹ ਆਨਸਰ ਕਰਨਾ ਚਾਹੁੰਦਾ, ਜੀ। ਕਿਉਂਕਿ ਇੱਦਾਂ ਆ ਸਾਡੀ ਵਣਜਾਰਾ ਨੋਮੈਡ, ਤੁਸੀਂ ਇੱਕ ਚੀਜ਼ ਵੇਖੋਗੇ ਕਿ ਸਿੱਖ ਡਾਇਸਪੋਰਾ ਦੀ ਗੱਲ ਬਹੁਤ ਹੁੰਦੀ ਆ। ਤਾਂ ਨੋਮੈਡ ਮਤਲਬ ਟਰੈਵਲਿੰਗ, ਵਾਂਡਰਿੰਗ। ਇਹ ਜਿਹੜੀਆਂ ਚੀਜ਼ਾਂ ਇੱਦਾਂ ਨਹੀਂ ਕਿ ਪੰਜਾਬ ਜਾ ਕੇ ਉੱਥੇ ਇੱਕ ਲਾਇਬ੍ਰੇਰੀ ਦੇ ਵਿੱਚ ਪਈਆਂ, ਇਹ ਚੀਜ਼ਾਂ ਉੱਥੋਂ ਡਿਸਪਰਸ ਹੋਈ, ਜਿੱਦਾਂ ਆਪਾਂ ਸਿੱਖ ਆਪ ਹੀ ਡਿਸਪਰਸ ਹੋ ਗਏ ਜੀ। ਕਈ ਚੀਜ਼ਾਂ ਬਰਮਾ ਪਈਆਂ, ਕਈ ਚੀਜ਼ਾਂ ਆਲ ਕੰਟੀਨੈਂਟਸ, ਐਂਟਾਰਕਟਿਕਾ ਛੱਡ ਕੇ ਕਹਿ ਦਿਓ, ਇਟਸ ਐਵਰੀਵੇਅਰ। ਸੋ ਜਦੋਂ ਇਹ ਚੀਜ਼ਾਂ ਸੋਰਸ ਹੁੰਦੀਆਂ, ਇਟਸ ਨਾਟ ਕਿ ਇੱਕ ਤਰ੍ਹਾਂ ਦਾ ਕਹਿ ਦਿਓ ਟ੍ਰੈਜਰ ਹੰਟ ਹੋ ਜਾਂਦਾ। ਜੀ। ਇਟਸ ਅ ਪੈਸ਼ਨ ਕਿ ਸਾਨੂੰ ਇਹ ਨਹੀਂ ਪਤਾ ਕਿ ਜੇ ਇੱਥੋਂ ਮਿਲਿਆ ਕਹਿ ਦਿਓ ਬਰਮਾ ਤੋਂ, ਜੀ। ਸੇਮ ਚੀਜ਼ ਉੱਥੋਂ ਨਹੀਂ ਮਿਲਣੀ, ਨੈਕਸਟ ਟਾਈਮ ਪਾਕਿਸਤਾਨ 'ਚ ਹੋ ਸਕਦੀ ਹੈ। ਕਈ ਚੀਜ਼ਾਂ ਜਿੱਦਾਂ ਭਾਈ ਜੀ ਨੇ ਕਿਹਾ ਸੀਗਾ, ਇਨ ਔਰ ਪੰਜਾਬ ਜਾ ਕੇ ਸਾਡੇ ਮਮ ਡੈਡ ਦੇ ਘਰਾਂ ਦੇ ਵਿੱਚ, ਜੀ। ਸੋ ਐਂਡ ਵੈਂਕੂਵਰ ਡਾਊਨਟਾਊਨ, Yeah. ਸੋ ਇਹ Of ਚੀਜ਼ਾਂ places. ਡਿਸਪਰਸ ਹੋ ਗਈਆਂ। ਸੋ ਦੈਟਸ ਵਨ ਆਫ ਦ ਬਿਗੇਸਟ ਥਿੰਗਸ ਅਬਾਊਟ ਦਿਸ ਕਿ ਸਾਨੂੰ ਕਦੀ ਪਤਾ ਨਹੀਂ ਹੁੰਦਾ ਕਿੱਥੇ ਹੋਣਾ, ਇਟਸ ਆਲਵੇਜ਼ ਅ ਸਰਪ੍ਰਾਈਜ਼। ਅੱਛਾ, ਹੁਣ ਦੇਖੋ ਜਿਵੇਂ ਪਬਲਿਕਲੀ ਤੁਸੀਂ ਹੁਣ ਪੋਰਟਲ ਲਾਂਚ ਕਰ ਰਹੇ ਹੋ, ਆਈ ਥਿੰਕ ਹੁਣ ਹੋਣਾ ਕੀ ਆ ਕਿ ਮੂਵਿੰਗ ਫਾਰਵਰਡ ਇਨ ਦ ਈਅਰਸ ਟੂ ਕਮ ਤੁਹਾਡੇ ਕੋਲ ਆਪ ਲੋਕਾਂ ਨੇ ਪਹੁੰਚਣਾ ਸ਼ੁਰੂ ਹੋ ਜਾਣਾ ਜੀ, ਸਾਡੇ ਕੋਲ ਆ ਮਟੀਰੀਅਲ ਪਿਆ, ਦਿਸ ਇਜ਼ ਵਾਟ ਵੀ ਹੈਵ, ਦਿਸ ਇਜ਼ ਵਾਟ ਵੀ ਹੈਵ। ਦ ਡੇ 1 ਜਦੋਂ ਇਹ ਸਾਰਾ ਕੁਝ ਸ਼ੁਰੂ ਕੀਤਾ, ਦੁਨੀਆ ਦੇ ਹੋਰ ਕਿਹੜੇ ਹਿੱਸੇ, ਜਿਵੇਂ ਭਾਜੀ ਨੇ ਬਰਮਾ ਦਾ ਜ਼ਿਕਰ ਕੀਤਾ, ਹੋਰ ਕੁਝ ਅਜਿਹੇ ਮੁਲਕਾਂ ਦਾ ਦੱਸ ਸਕਦੇ ਹੋ ਜੀ ਜਿੱਥੇ ਬੰਦਾ ਸੋਚ ਵੀ ਨਹੀਂ ਸਕਦਾ ਕਿ ਇੱਥੋਂ ਇਹ ਆਈਟਮ, ਇੱਥੋਂ ਇਹ ਪਰਟੀਕੂਲਰ ਮਟੀਰੀਅਲ ਮਿਲ ਸਕਦਾ ਸੀ ਜਾਂ ਇੱਥੇ ਪਿਆ ਹੋਇਆ ਸੀ? ਕੋਈ ਹੋਰ ਅਜਿਹੀ ਐਗਜ਼ਾਮਪਲ ਸ਼ੇਅਰ ਕਰ ਸਕਦੇ ਹੋ ਸਨੀ ਜੀ? ਆਸਟ੍ਰੇਲੀਆ ਤੋਂ, ਅੱਛਾ ਜੀ। ਨਿਊਜ਼ੀਲੈਂਡ, ਡੈਨਮਾਰਕ, ਇੰਗਲੈਂਡ ਦੇ ਵਿੱਚ ਬਹੁਤ ਵੱਡੀ ਕਲੈਕਸ਼ਨ ਹੈ। ਰਾਈਟ। ਉੱਥੇ ਆਕਸ਼ਨ ਹਾਊਸ ਤਾਂ ਹੈ ਹੀ ਨੇ, ਪਰ ਇੱਕ ਬੁੱਕ ਸਟੋਰ ਹੈ ਪੀਟਰ ਹੈਰਿੰਗਟਨ, ਅੱਛਾ ਜੀ। ਉਹਨਾਂ ਕੋਲ ਕਾਫੀ ਅੱਛੀ ਕਲੈਕਸ਼ਨ ਹੈ ਆਪਣੇ ਇਤਿਹਾਸ ਦੀ। ਬੇਸ਼ੱਕ ਉਹ ਕਿਤਾਬਾਂ ਅੰਗਰੇਜ਼ੀ ਵਿੱਚ ਨੇ, ਪਰ ਫਿਰ ਵੀ ਤੁਸੀਂ ਉਹਨਾਂ ਨੂੰ ਪੜ੍ਹ ਕੇ ਤੁਸੀਂ ਦੇਖਦੇ ਹੋ ਕਿ ਉਹ ਸਾਨੂੰ ਕਿੱਦਾਂ ਦੇਖਦੇ ਸੀਗੇ ਜੀ। ਇਹ ਵੀ ਸਮਝਣਾ ਜ਼ਰੂਰੀ ਹੈ। ਸਾਨੂੰ ਤਾਂ ਪਤਾ ਅਸੀਂ ਕਿੱਦਾਂ ਦੇਖਦੇ ਹਾਂ ਆਪਣੇ ਆਪ ਨੂੰ, ਪਰ ਦੁਨੀਆ ਸਾਨੂੰ ਕਿੱਦਾਂ ਦੇਖਦੀ ਹੈ ਇਹ ਵੀ ਕਾਫੀ ਜ਼ਰੂਰੀ ਹੈ। ਕਈ ਵਾਰੀ ਆਈ ਥਿੰਕ ਅਸੀਂ ਆਪਣੇ ਆਪ ਦਾ, ਸਾਡਾ ਆਪਣਾ ਵਿਊ ਪੁਆਇੰਟ ਆਪਣੇ ਪ੍ਰਤੀ ਬੜਾ ਡਿਸਟੋਰਟਿਡ ਹੋ ਜਾਂਦਾ ਜਦੋਂ ਅਸੀਂ ਹਿਸਟੋਰੀਕਲ ਪੁਆਇੰਟ ਆਫ ਵਿਊ ਤੋਂ ਵੇਖਦੇ ਹਾਂ ਕਿ ਉਦੋਂ ਇਸ ਤਰ੍ਹਾਂ ਦਾ ਅਕਸ ਸੀ। ਹਾਂਜੀ, ਉਹਦੇ ਇੰਸਪੀਰੇਸ਼ਨ ਤੇ ਕੌਨਫੀਡੈਂਸ ਵੀ ਬੜਾ ਮਿਲਦਾ ਬਿਲਕੁਲ ਜੀ। ਅੱਛਾ, ਇੱਕ ਇਹ ਦੱਸੋਗੇ ਜੀ ਕਿ ਜਿਹੜੀ ਹੁਣ ਆ ਸਾਰੇ ਦੇ ਸਾਰਾ ਮਟੀਰੀਅਲ ਗੈਦਰ ਕੀਤਾ ਹੋਇਆ, ਕਦੇ ਮਨ ਦੇ ਵਿੱਚ ਇਹ ਖਦਸ਼ਾ ਆਉਂਦਾ ਵੀ ਸਾਨੂੰ ਪਤਾ ਵੀ ਪੜ੍ਹਨ ਦਾ ਰੁਝਾਨ ਬਹੁਤ ਘੱਟ ਗਿਆ ਹੋਇਆ ਲੋਕਾਂ ਦਾ, ਲੋਕਾਂ ਵਾਸਤੇ ਜਦੋਂ ਅਵੇਲੇਬਲ ਕਰਾ ਦਵੋਗੇ, ਪਹਿਲੀ ਗੱਲ ਤਾਂ ਅਵੇਲੇਬਲ ਕਿੱਦਾਂ ਹੋਏਗਾ? ਇਹ ਇੱਕ ਲਾਇਬ੍ਰੇਰੀ ਫਾਰਮੈਟ ਹੈ, ਪੀਪਲ ਵਿਲ ਰੈਂਟ ਇਟ ਆਊਟ, ਔਰ ਜਾਂ ਇਹ ਆਨਲਾਈਨ ਪੋਸਟ ਹੋ ਜਾਣੀਆਂ ਨੇ ਚੀਜ਼ਾਂ? ਪਹਿਲੀ ਸਾਡੀ ਕੋਸ਼ਿਸ਼ ਹੋਏਗੀ ਕਿ PDF ਫਾਈਲਸ ਆਨਲਾਈਨ ਕਰ ਦਈਏ ਜੀ। ਉਹਦੇ ਤੋਂ ਬਾਅਦ ਜੇ ਮੇਅਰ ਹੋ ਗਈ ਤਾਂ ਇੱਕ ਮਿਊਜ਼ੀਅਮ ਛੋਟਾ ਜਿਹਾ ਵੈਸਟ ਕੋਸਟ ਆਪਣੇ ਇੱਥੇ, ਉਹ ਅਗੇਨ ਜੇ ਬਾਬੇ ਦੀ ਮੇਅਰ ਹੋ ਗਈ ਤਾਂ ਜੀ। ਸੋ ਉਹ ਸੋਚ ਹੈਗੀ ਉਹ ਜੀ। ਸੋ ਉਹਦੇ ਲਈ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਜੀ, ਜੋ ਤੁਸੀਂ ਮਟੀਰੀਅਲ ਇਕੱਠਾ ਕੀਤਾ ਹੋਇਆ, ਇਹ ਵੀ ਆਪਣੇ ਆਪ ਦੇ ਵਿੱਚ ਦਿਸ ਇਜ਼ ਅ ਬਿਗ ਅਕੰਪਲਿਸ਼ਮੈਂਟ ਐਂਡ ਯੂ've got good plans। ਹਾਂਜੀ, ਥੈਂਕ ਯੂ। ਇਹ ਅਗੇਨ ਇਹ ਸਾਡੇ ਰਾਹੀਂ ਹੋ ਰਿਹਾ ਮੇਰਾ ਖਿਆਲ। ਸੋ ਉਹ ਰਾਹੀਂ ਕਹਿ ਸਕਦੇ ਹਾਂ ਆਪਾਂ ਨਾ, ਇਹ ਸੋਚ ਵੀ ਮੇਰ ਤੋਂ ਬਗੈਰ ਨਹੀਂ ਆਉਂਦੀ। ਸੋ ਲੋਕਾਂ ਵਿੱਚ ਤੁਹਾਨੂੰ ਲੱਗਦਾ ਵੀ ਇਹਨਾਂ ਮਟੀਰੀਅਲਸ ਨੂੰ ਲੈ ਕੇ ਪੜ੍ਹਨ ਦੀ ਚਿਣਗ ਜ਼ਰੂਰ ਲੱਗਣੀ ਚਾਹੀਦੀ ਹੈ ਜੀ, ਪਰ ਤਾਂ ਇਹ ਮਨ ਦੇ ਵਿੱਚ ਕਦੇ ਖਿਆਲ ਆਉਂਦਾ ਵੀ ਹਾਊ ਵੁੱਡ ਵੀ ਮੋਟੀਵੇਟ, ਲੋਕਾਂ ਨੂੰ ਪ੍ਰੇਰਿਤ ਕਿਵੇਂ ਕਰਾਂਗੇ ਵੀ ਪੜ੍ਹੋ, ਇਹਨੂੰ ਪੜ੍ਹਨ ਵਾਲੀ ਚੀਜ਼ ਹੈ? ਇਹਨੂੰ ਐਕਚੁਅਲੀ ਮੋਟੀਵੇਸ਼ਨ ਜਿਹੜੀ ਆ ਬੁੱਕਸ ਦੀ ਤਾਂ ਇੱਕ ਗੱਲ ਆਪਾਂ ਕੀਤੀ ਹੈ, ਪਰ ਇੱਕ ਤੁਸੀਂ ਮੈਡਲਸ ਦੀ ਗੱਲ ਕੀਤੀ ਸੀ ਜੀ, ਉਹ ਵਿੱਚ ਹੀ ਰਹਿ ਗਈ ਥੋੜ੍ਹੀ ਜਿਹੀ। ਜੀ ਜੀ, ਦੱਸੋ ਪਲੀਜ਼। ਆਪਣੇ ਕੋਲ ਨਾ ਮੈਡਲਸ ਨੇ ਜਿਹੜੇ ਕਿ ਐਕਵਾਇਰ ਹੋਏ ਆ, ਅਤੇ ਉਹ ਹੈਗੇ ਨੇ ਸਿਪਾਹੀ ਕਮਲ ਰਾਮ ਦੇ ਨਾਂ 'ਤੇ। ਉਹ 8th ਪੰਜਾਬ ਅਤੇ 3rd ਬਟਾਲੀਅਨ ਦੇ ਸੀਗੇ। ਉਹਨਾਂ ਨੂੰ ਵਿਕਟੋਰੀਆ ਕ੍ਰਾਸ ਮਿਲਿਆ। ਅੱਛਾ ਜੀ। ਉਹ ਮਿਲਿਆ ਸੀਗਾ ਇਟਲੀ ਦੇ ਵਿੱਚ 1944 ਦੇ ਵਿੱਚ। ਅੱਛਾ ਜੀ। ਸੋ ਇਹ ਵਿਜ਼ੂਅਲਸ ਵੀ ਹੈਗੇ ਸਾਡੇ ਕੋਲ ਜੀ। ਸੋ ਉਹਨਾਂ ਦੀ ਜੇ ਇਫ ਯੂ ਆਈ ਕੈਨ ਸ਼ੇਅਰ ਦੇਅਰ ਸਟੋਰੀ, ਅ ਲਿਟਲ ਹਿਸ ਸਟੋਰੀ। ਜੀ ਜੀ। ਉਹ ਸੀਗਾ ਵੀ ਕਸੀਨੋ ਦੇ ਵਿੱਚ, ਮੌਂਟੇ ਕਸੀਨੋ ਇੱਕ ਛੋਟਾ ਜਿਹਾ ਸ਼ਹਿਰ ਆ, ਉੱਥੇ ਗੁਸਤਾਫ ਲਾਈਨ ਸੀਗੀ ਜਰਮਨਸ ਦੀ, ਉਹਨੂੰ ਤੋੜਿਆ ਸਿੰਗਲ ਹੈਂਡਡਲੀ ਦਿਸ ਗਾਏ, 19-year-old ਕਿਡ। ਅੱਛਾ ਜੀ। ਠੀਕ ਹੈ ਜੀ। ਸੋ ਹੀ ਵੈਂਟ ਐਂਡ 4 MMG ਦੀਆਂ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਹੁੰਦੀਆਂ ਪੋਸਟ, ਉਹਨਾਂ ਨੂੰ ਡਿਸਟਰੋਏ ਕੀਤਾ, ਅਤੇ ਬ੍ਰਿਟਿਸ਼ ਫੋਰਸਿਸ ਕੁਡ ਐਕਚੁਅਲੀ ਗੋ ਥਰੂ ਐਂਡ ਕ੍ਰਾਸ ਰਿਵਰ ਗਾਰੀ। ਸੋ ਕਿੰਗ ਜੋਰਜ 6 ਨੇ ਆ ਕੇ ਇਹਨਾਂ ਨੂੰ ਉੱਥੇ ਹੀ ਮੌਂਟੇ ਕਸੀਨੋ ਦੇ ਵਿੱਚ ਇਹਨਾਂ ਨੂੰ ਮੈਡਲ ਦਿੱਤਾ ਜੀ। ਅੱਜ ਵੀ ਆਰਮੀ ਦੇ ਕੋਰੀਡੋਰਸ ਦੇ ਵਿੱਚ, ਇੰਡੀਅਨ ਆਰਮੀ ਦੇ ਕੋਰੀਡੋਰਸ ਦੇ ਵਿੱਚ ਇਹਨਾਂ ਦਾ ਨਾਂ ਗੂੰਜਦਾ ਹੈ। ਜਿਹੜੀ ਇੰਡੀਅਨ ਮਿਲਟਰੀ ਅਕੈਡਮੀ ਹੈਗੀ ਆ, ਉੱਥੇ ਇਹਨਾਂ ਦੀ ਨਾਂ, ਜਿਸ ਐਕਚੁਅਲੀ ਆਈ ਹੈਵ ਡਨ ਮਾਈ ਟ੍ਰੇਨਿੰਗ ਫਰੋਮ ਦੇਅਰ ਜੀ, ਆਫਿਸਰਸ ਟ੍ਰੇਨਿੰਗ ਇਨ IMA ਦੇਹਰਾਦੂਨ। ਉੱਥੇ ਇਹਨਾਂ ਦੇ ਨਾਂ ਦੀ ਅੱਜ ਵੀ ਕੰਪਨੀ ਆ। ਅੱਛਾ ਜੀ। ਮੌਂਟੇ ਕਸੀਨੋ ਕੰਪਨੀ ਹੈਗੀ ਆ ਜੀ। ਉਹ ਕਮਲ ਰਾਮ ਦੇ ਓਨਰ ਦੇ ਵਿੱਚ 80 ਸਾਲ ਹੋ ਗਏ ਇਸ ਗੱਲ ਨੂੰ।
ਪਰ ਅੱਜ ਵੀ ਉਹ ਰੈਜ਼ੋਨੇਟ ਹੁੰਦੀ ਹੈ ਗੱਲ। ਸੋ ਜਦੋਂ ਲੋਕ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਮੈਡਲਸ ਦੇਖੂਗੇ ਜੀ ਵੀ ਸਾਡੇ ਕੋਲ ਹੈਗੇ, ਜਿੱਦਾਂ ਉਹ ਅਸੀਂ ਸ਼ੇਅਰ ਕਰਾਂਗੇ। ਅਗੇਨ ਗੋਇੰਗ ਬੈਕ ਟੂ ਪ੍ਰੀਜ਼ਰਵ, ਜੀ ਲਰਨ ਐਂਡ ਸ਼ੇਅਰ। ਜੀ ਸੋ ਦੈਟ ਇਜ਼ ਦਾ ਹੋਲ ਆਈਡੀਆ। ਜੱਸੀ ਜੀ, ਇਹਦੇ ਵਿੱਚ ਮੈਪਸ ਵੀ ਹੈਗੇ ਨੇ ਪੁਰਾਣੇ, ਜਦੋਂ ਰੂਲ ਸੀਗਾ, ਸੋ ਸਿੱਖ ਰਾਜ ਦੇ ਕਿਸ ਤਰ੍ਹਾਂ ਮੈਪਸ ਦੇ ਵਿੱਚ ਤਬਦੀਲੀ ਆਉਂਦੀ ਰਹੀ, ਟੈਰੀਟਰੀ ਵੱਧਦੀ ਰਹੀ, ਫਿਰ ਕਿਵੇਂ ਘਟੀ, ਉਹ ਸਾਰੇ ਮੈਪਸ ਵੀ ਹੈਗੇ ਨੇ ਜੀ? ਮੈਪਸ ਹੈਗੇ ਨੇ, ਹਾਂਜੀ ਮੈਪਸ ਹੈਗੇ ਨੇ। ਮੈਪਸ ਦਾ ਇਹ ਚੀਜ਼ ਤੁਹਾਨੂੰ ਪਤਾ ਕਿ ਦੇਰ ਸੋ ਇਨਫਲੂਐਂਸ਼ਲ ਸਾਡੀ ਹਿਸਟਰੀ ਦੇ ਵਿੱਚ। ਜੀ ਮੈਪਸ ਕਹਿ ਦੋ, ਗੋਇੰਗ ਬੈਕ ਟੂ ਦ ਪਾਰਟੀਸ਼ਨ, ਉਸ ਤੋਂ ਪਹਿਲਾਂ ਵੀ ਸਾਰੀਆਂ ਗੱਲਾਂ, ਇਹ ਚੀਜ਼ਾਂ ਜਦੋਂ ਆਪਾਂ ਕਹਿੰਦੇ ਮੈਮੋਰੇਬੀਲੀਆ, ਉਹ ਲਫ਼ਜ਼ ਇਟਸ ਡਜ਼ਨਟ ਡੂ ਜਸਟਿਸ ਟੂ ਕਲੈਕਸ਼ਨ ਕੀ ਆ। ਤੇ ਜੇ ਤੁਸੀਂ ਪਹਿਲਾਂ ਕਿਹਾ ਸੀ ਹਾਊ ਡੂ ਯੂ ਮੋਟੀਵੇਟ ਕਿੱਦਾਂ ਕਰਨਾ, ਇਹ ਚੀਜ਼ ਸੈਲਫ ਮੋਟੀਵੇਟਿੰਗ ਆ। ਹੁਣ ਦੇਖੋ, ਆਪਾਂ ਸਾਰੇ ਫਰੈਂਡਸ ਆ, ਪਰ ਇਹ ਇੱਕ ਪੈਸ਼ਨ ਸਾਨੂੰ ਪਤਾ ਨਹੀਂ ਸੀ ਕਿ ਇੱਕ ਦੂਜੇ ਨੂੰ, ਕਿ ਇਹ ਪੈਸ਼ਨ ਸਾਡੀ ਹੈਗੀ ਆ। ਤੁਹਾਡਾ ਫੁੱਲ ਟਾਈਮ ਪ੍ਰੋਫੈਸ਼ਨ ਸਾਰਿਆਂ ਦਾ ਵੱਖਰਾ ਆ। ਸੋ ਇਹ ਚੀਜ਼ ਦੇ ਵਿੱਚ ਹੁਣ ਮੈਂ ਘਰੇ ਜਾ ਕੇ ਇਹ ਗੱਲ ਕਰਾਂ ਮੇਰੀ ਵਾਈਫ ਨਾਲ, ਮਾਈ ਵਾਈਫ ਹੈਜ਼ ਨੈਵਰ ਲੁਕਡ ਇਨਟੂ ਸਿੱਖ ਹਿਸਟਰੀ ਕੁਛ। ਸੋ ਅੱਜ ਕੱਲ੍ਹ ਆਪਾਂ ਘਰੇ ਬੈਠੇ ਆ, ਰਾਤੀ ਬੈਠੇ ਆ, ਇਹ ਗੱਲਾਂ ਨੈਚੁਰਲੀ ਹੁਣ ਆਪਾਂ ਚਾਹੁੰਦੇ ਹਾਂ ਕਿ ਸਾਡੀ ਹਿਸਟਰੀ ਕੀ ਆ, what is actually happening, ਇਹ ਮੋਟੀਵੇਸ਼ਨ ਆਪ ਹੀ ਮਿਲ ਗਿਆ ਜੀ। ਸੋ ਇੱਦਾਂ ਨਹੀਂ ਕਿ ਮੈਨੂੰ ਭਾਜੀ ਨੇ ਕੋਈ ਬੁੱਕ ਦਿੱਤੀ ਕਿ ਆ ਪੜ੍ਹੋ। ਨੈਚੁਰਲੀ ਜਦੋਂ ਇੱਦਾਂ ਦੀ ਚੀਜ਼ ਹੱਥ ਦੇ ਵਿੱਚ ਆ ਜਾਂਦੀ, ਇੰਨੀ ਪੁਰਾਣੀ ਚੀਜ਼, ਯੂ ਕੈਨਟ ਹੈਲਪ ਬਟ ਗੈਟ drawn into the history. One step leads to the next one then. ਜੀ Of course. ਹੁਣ ਇਹ ਸਮਾਂ ਸਾਡੇ ਕੋਲ ਬਹੁਤ ਥੋੜ੍ਹਾ ਹੀ ਰਹਿ ਗਿਆ, ਪਰ ਇਹ ਦੱਸਿਓ ਕਿ ਵੈਬਸਾਈਟ ਦੇ ਉੱਤੇ ਹਲੇ ਮਟੀਰੀਅਲ ਪੋਸਟ ਹਲੇ ਹੋਣ ਦਾ ਸਿਲਸਿਲਾ ਸ਼ੁਰੂ ਹੋਣਾ, ਜਾਂ ਕੁਝ ਚੀਜ਼ਾਂ ਆਲਰੇਡੀ ਅਵੇਲੇਬਲ ਹੈਗੀਆਂ ਨੇ? ਨਹੀਂ, ਹਲੇ ਅਸੀਂ ਸ਼ੁਰੂਆਤ ਹੀ ਕੀਤੀ ਹੈ ਜੀ। ਜੀ। ਸੋ ਥੋੜ੍ਹੀ ਜਿਹੀਆਂ ਚੀਜ਼ਾਂ ਵੈਬਸਾਈਟ 'ਤੇ ਲੋਡ ਹੋ ਚੁੱਕੀਆਂ ਨੇ ਜੀ। ਬਾਕੀ ਆਉਣ ਦੇ ਸਮੇਂ 'ਚ ਜਿੱਦਾਂ ਜੀ ਸਮਾਂ ਲੱਗਦਾ ਰਿਹਾ, ਉਸ ਹਿਸਾਬ ਨਾਲ ਅਸੀਂ ਹੋਰ ਚੀਜ਼ਾਂ ਲੋਡ ਕਰਦੇ ਰਹਾਂਗੇ। ਲੋਕ ਕਿਸ ਹਿਸਾਬ ਨਾਲ ਤੁਹਾਡੀ ਹੈਲਪ ਕਰ ਸਕਦੇ ਨੇ ਇਸ ਸਾਰੇ ਦੇ ਸਾਰੇ ਪ੍ਰੋਜੈਕਟ ਦੇ ਵਿੱਚ, ਸੋ ਦੈਟ ਜਿਹੜੀਆਂ ਇਹ ਪੁਰਾਣੀਆਂ ਲਿਖਤਾਂ ਨੇ, ਪੁਰਾਣੀਆਂ ਬੁੱਕਸ ਨੇ, ਮੈਮੋਰੇਬਿਲੀਆ ਹੈ ਸਿੱਖ ਰਾਜ ਨਾਲ ਸੰਬੰਧਿਤ, ਹੋਰ ਇਤਿਹਾਸ ਨਾਲ ਸੰਬੰਧਿਤ, ਉਹ ਤੁਹਾਡੇ ਨਾਲ ਸ਼ੇਅਰ ਕਰ ਸਕਣ? ਵਾਟਸ ਦ ਬੈਸਟ ਵੇ ਪੀਪਲ ਕੈਨ ਹੈਲਪ ਯੂ? ਬੈਸਟ ਵੇ ਇਹ ਹੈ ਜੀ ਵੀ ਜਿਹੜਾ ਪੋਰਟਲ ਹੈ ਉਹਦੇ ਉੱਪਰ ਡੋਨੇਟ ਬਟਨ ਹੈ ਨਹੀਂ ਗਾ। ਓਕੇ। ਸੋ ਜਿਹੜੀ ਚੀਜ਼ ਤੁਹਾਡੇ ਕੋਲ ਜਿੱਥੇ ਵੀ ਹੈਗੀ ਆ ਜੀ, ਚਾਹੇ ਉਹ ਇੱਕ ਚੀਜ਼ ਆ, ਕੋਈ ਵੀ ਚੀਜ਼ ਆ, ਉਹ ਤੁਸੀਂ ਆਪਣੇ ਆਪ 'ਚ ਸਾਂਭੋ। ਬਸ ਇਹੀ ਮਕਸਦ ਆ। ਅਸੀਂ ਥੋੜ੍ਹਾ ਨਿਭ ਕੇ ਕਹਿਣਾ ਪੈਣਾ ਵੀ ਕਿਸੇ ਤੋਂ ਕੁਛ ਨਹੀਂ ਚਾਹੁੰਦੇ ਜੀ। ਤੁਸੀਂ ਆਪਣੀਆਂ ਚੀਜ਼ਾਂ ਖੁਦ ਸਾਂਭੋ, ਜੜ੍ਹਾਂ ਨਾਲ ਜਿੱਥੇ ਵੀ ਬੈਠੇ, ਜੜ੍ਹਾਂ ਨਾਲ। ਜਿਹੜੀ ਆਪਣੀ ਇਹ ਨਾੜੂਆ ਕਹਿ ਲਓ ਜਾਂ ਅੰਬਿਲੀਕਲ ਕੋਡ ਆ ਨਾ, ਇਹ ਸਰਜੀਤ ਰਹਿਣੀ ਚਾਹੀਦੀ ਆ ਆਪਣੀ ਜੀ। ਜਿੱਥੋਂ ਆਪਾਂ ਆਏ ਆ, ਜਿਹੜੀ ਸੋਚ ਤੋਂ, ਉਹ ਸਾਰਿਆਂ ਦੇ ਭਲੇ ਵਾਲੀ ਸੋਚ ਆ, ਸਰਬਤ ਦਾ ਭਲਾ, ਹੈ ਨਾ। ਸੋ ਚੀਜ਼ਾਂ ਅਗੇਨ ਇਹੀ ਹੈਲਪ ਆ। ਜਦੋਂ ਇੱਕ ਮੇਰੇ ਦੋਸਤ ਨੇ, ਜੋ ਉਹਨਾਂ ਨਾਲ ਵੈਬਸਾਈਟ ਦੀ ਗੱਲ ਹੋ ਰਹੀ ਸੀਗੀ ਜੀ, ਤੇ ਉਹ ਮੈਨੂੰ ਕਹਿੰਦੇ ਵੀ ਮੇਰੇ ਕੋਲ ਇੱਕ ਚੀਜ਼ ਪਈ ਆ, ਮੈਂ ਕਦੇ ਧਿਆਨ ਨਹੀਂ ਦਿੱਤਾ, ਕੋਈ ਤਸਵੀਰ ਸੀਗੀ ਤੇ 1900 ਦੀ ਆ, ਵੰਡ ਦੇ ਟਾਈਮ ਦੀ ਨਾ। ਹੁਣ ਮੈਂ ਜਾ ਕੇ ਸਾਂਭਾਂਗਾ ਜੀ। ਸੋ ਮੈਨੂੰ ਲੱਗਾ ਵੀ ਥੋੜ੍ਹਾ ਜਿਹਾ ਸਾਡਾ ਕੰਮ ਹੋ ਗਿਆ ਜੀ। ਸੋ ਜਿੱਥੇ ਵੀ ਤੁਸੀਂ ਹੈਗੇ ਹੋ, ਜੋ ਵੀ ਤੁਹਾਡੇ ਕੋਲ ਹੈਗਾ, ਉਹ ਸਾਂਭ ਲਓ। ਆਉਂਦੀਆਂ ਜਿਹੜੀਆਂ ਆਪਣੀਆਂ ਜਨਰੇਸ਼ਨ, ਉਹਨਾਂ ਲਈ ਜੀ, ਆਪਣੇ ਲਈ ਬੇਸ਼ੱਕ ਨਾ ਸਾਂਭੋ। ਉਹ ਨਾ, ਰੁੱਖ ਦੀਆਂ ਸ਼ਾਖਾਵਾਂ ਜਿੰਨੀਆਂ ਮਰਜ਼ੀ ਦੂਰ ਤੱਕ ਫੈਲ ਜਾਣ ਜੀ, ਪਰ ਰੁੱਖ ਉਹੀ ਫਲਦਾਰ ਹੁੰਦਾ ਜਿਹੜਾ ਜੜ੍ਹਾਂ ਨਾਲ ਜੁੜਿਆ ਹੋਵੇ, ਜਿਹਦੀਆਂ ਜੜ੍ਹਾਂ ਮਜ਼ਬੂਤ ਹੋਣ। ਤੇ ਸਾਰਾ ਦਾ ਸਾਰਾ ਐਂਡੇਵਰ ਜੜ੍ਹਾਂ ਮਜ਼ਬੂਤ ਕਰਨ ਦਾ ਹੀ ਹੈ। ਬਿਲਕੁਲ। ਇੱਕ ਹੋਰ ਹੈ ਕਿ ਜਿਹੜਾ ਰੁੱਖ ਆ, ਜੜ੍ਹਾਂ, ਉਹ ਇੱਕ ਗੱਲ ਹੋ ਗਈ, ਪਰ ਜਿਹੜਾ ਬੀਜ ਹੈ ਨਾ, ਉਹਦੇ ਵਿੱਚ ਵੀ ਆਪਾਂ ਰੁੱਖ ਦੇਖਣ ਦੀ ਆਦਤ ਪਾਈ ਹੈ। ਯੈਸ, ਸੋ ਵੈਲ ਸੈਡ, ਸੋ ਵੈਲ ਸੈਡ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸੋ ਮਚ ਜੈਂਟਲਮੈਨ। ਵੈਬਸਾਈਟ ਮੈਂ ਸੁਣਨ ਵਾਲਿਆਂ ਨੂੰ ਦੱਸ ਦੇਵਾਂ, wanjaranomad.com, WANJARA, ਵਣਜਾਰਾ ਨੋਮੈਡ, NOMAD, ਜਿਹੜਾ ਅੰਗਰੇਜ਼ੀ ਦਾ ਵਰਡ ਖਾਨਾ ਬਦੋਸ਼ ਲਈ ਵਰਤਿਆ ਜਾਂਦਾ, ਜਾਂ ਜਿਵੇਂ ਭਾਜੀ ਨੇ ਪਹਿਲਾਂ ਕਿਹਾ ਸੀ ਕਿ ਵੌਂਡਰਿੰਗ ਲਈ। ਸੋ wanjaranomad.com ਇਹ ਪੋਰਟਲ ਹੈ, ਜਿਹਦੇ ਉੱਪਰ ਇਹ ਪੁਰਾਣੀਆਂ ਲਿਖਤਾਂ, ਕਿਤਾਬਾਂ, ਸਿੱਖ ਰਾਜ ਨਾਲ ਸੰਬੰਧਿਤ ਅਤੇ ਹੋਰ ਜਿਹੜਾ ਮੈਮੋਰੇਬਿਲੀਆ ਹੈ ਵਰਲਡ ਵਾਰ ਨਾਲ ਸੰਬੰਧਿਤ, ਇਸ ਵੈਬਸਾਈਟ 'ਤੇ ਕੁਝ ਚੀਜ਼ਾਂ ਪੋਸਟ ਕਰ ਦਿੱਤੀਆਂ ਗਈਆਂ ਨੇ। ਕੁਝ ਚੀਜ਼ਾਂ ਆਉਂਦੇ ਸਮੇਂ ਦੇ ਵਿੱਚ ਹੋਰ ਪੋਸਟ ਹੁੰਦੀਆਂ ਰਹਿਣਗੀਆਂ। ਅਤੇ ਜਿਹੜੀਆਂ ਚੀਜ਼ਾਂ, ਨਿਸ਼ਾਨੀਆਂ ਪੁਰਾਣੀਆਂ ਤੁਹਾਡੇ ਕੋਲ ਪਈਆਂ ਨੇ, ਉਹਨਾਂ ਨੂੰ ਸੰਭਾਲੋ ਜ਼ਰੂਰ। ਆਈ ਥਿੰਕ ਇਹ ਸਭ ਤੋਂ ਵੱਡਾ ਟੇਕ ਅਵੇ ਹੈ ਇਸ ਸਾਰੀ ਕਨਵਰਸੇਸ਼ਨ ਦੇ ਵਿੱਚੋਂ। ਜੱਸੀ ਧੰਜੂ ਜੀ, ਸਨੀ ਖਰੋੜ ਜੀ ਅਤੇ ਰਾਜ ਸਿੰਘ ਪੰਡਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ।